ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਜੇ ਹੈ ਪੋਥੀ ਦਾ ਭਾਗ ਦੂਜਾ। 1945 ਈਸਵੀ ਤੋਂ 1969 ਈਸਵੀ ਤੱਕ। ਸੂਹੀ ਮਹੱਲਾ ਪੰਜਵਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਤਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ, ਕੇਸਾ ਕਾ ਕਰ ਚਵਰ ਢੁਲਾਵਾ। ਚਰਨ ਧੂੜ ਮੁਖ ਲਾਈ ਰਹਾਓ। ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸੋ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਿਨ ਜਾਤੇ। ਪੱਖਾ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਭ ਪਾਸ ਬਿਨੰਤੀ, ਤੇਰੇ ਜਨ ਦੇਖਣ ਪਾਵਾ। ਪ੍ਰਸੰਗ ਨੰਬਰ 1। ਜਥੇ ਵਿੱਚ ਸ਼ਾਮਲ ਹੋਣਾ। ਬਾਬਾ ਠਾਕੁਰ ਸਿੰਘ ਜੀ, ਪਿਤਾ ਬਹਾਦਰ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਮਾੜੀ ਮਿੱਘਾ ਵਾਲਿਆਂ ਦੇ ਨਾਲ 1945 ਈਸਵੀ ਨੂੰ ਸਤੰਬਰ ਦੇ ਮਹੀਨੇ ਪਿੰਡ ਟਕਲਾਂ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਸਾਹਿਬ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਦਰਸ਼ਨ ਕਰਨ ਅਤੇ ਜਥੇ 'ਚ ਸ਼ਾਮਲ ਹੋਣ ਲਈ ਘਰੋਂ ਤੁਰ ਪੈਂਦੇ ਹਨ। ਇੱਧਰ ਪਿੰਡ ਟਕਲਾਂ ਭਾਦਰੋਂ ਮਹੀਨੇ ਦੀ 25, 26, 27 ਨੂੰ ਮਨਾਏ ਜਾਂਦੇ ਸਾਲਾਨਾ ਜੋੜ ਮੇਲਾ ਚੱਲਣ ਕਾਰਨ ਸੁਭਾਗ ਵਸ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੀ ਇੱਥੇ ਹੀ ਹੁੰਦੇ ਹਨ। ਸੰਤ ਜੀ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਜਥੇ ਦੇ ਰੂਪ ਵਿੱਚ ਚੱਕਰਵਰਤੀ ਰਹਿੰਦੇ ਸਨ। ਉਹ ਹਮੇਸ਼ਾ ਨਗਰਾਂ ਪਿੰਡਾਂ ਵਿੱਚ ਘੁੰਮਦੇ ਸਿੱਖੀ ਦਾ ਪ੍ਰਚਾਰ ਅਤੇ ਪਾਸਾਰ ਕਰਦੇ ਰਹਿੰਦੇ ਸਨ। ਸੰਤ ਜੀ ਦੇ ਨਾਲ ਤੁਰਨ ਵਾਲੇ ਜਥੇ ਦੇ ਸਿੰਘ ਰੋਜ਼ਾਨਾ 5 ਗ੍ਰੰਥੀ ਦਾ ਜਾਪ ਅਤੇ ਹਮੇਸ਼ਾ ਹੀ ਭਜਨ ਬੰਦਗੀ ਕਰਨ ਵਾਲੇ ਹੁੰਦੇ ਸਨ। ਸੰਤ ਜੀ ਜਥੇ ਸਮੇਤ ਹੀ ਤਕਰੀਬਨ ਜਿੱਥੇ ਵੀ ਸਿੱਖ ਸੰਗਤਾਂ ਆਜ਼ਾਦ ਕਰਨ, ਭਾਵੇਂ ਉਹ 1947 ਈਸਵੀ ਤੋਂ ਪਹਿਲਾਂ ਅਣਵੰਡੇ ਪੰਜਾਬ ਦੇ ਕੋਹਾਂ ਮੀਲ ਦੂਰ ਇਲਾਕੇ ਹੋਣ ਜਾਂ ਹੋਰ ਸੂਬਿਆਂ ਤੋਂ ਹੋਣ, ਉੱਥੇ ਆਪ ਜੀ ਪਹੁੰਚ ਜਾਂਦੇ। ਸੰਤ ਜੀ ਅਤੇ ਜਥੇ ਦੇ ਸਿੰਘਾਂ ਦੀ ਰਹਿਤ ਬਹਿਤ ਅਤੇ ਉੱਚੀ ਜੀਵਨੀ ਕਰਕੇ ਜਿੱਥੇ ਵੀ ਜਥਾ ਪ੍ਰਚਾਰ ਕਰਨ ਜਾਂਦਾ, ਸੰਗਤਾਂ ਦਾ ਭਾਰੀ ਇਕੱਠ ਹੋ ਦਰਸ਼ਨ ਕਰਨ ਲਈ ਜੁੜ ਜਾਂਦਾ। ਅਨੇਕਾਂ ਹੀ ਅੰਮ੍ਰਿਤ ਛਕਣ ਦੇ ਅਭਿਲਾਖੀ ਆਣ ਜੁੜਦੇ। ਸੰਤ ਜੀ ਜਥੇ ਸਮੇਤ ਜਿੱਥੇ ਵੀ ਜਾਂਦੇ, ਕਥਾ ਕੀਰਤਨ ਦੇ ਨਾਲ ਅੰਮ੍ਰਿਤ ਸੰਚਾਰ ਵੀ ਜ਼ਰੂਰ ਕਰਦੇ। ਭਾਈ ਕੇਹਰ ਸਿੰਘ ਜੀ ਦੇ ਨਾਲ ਆਏ ਬਾਬਾ ਠਾਕੁਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਜਿੱਥੇ ਸੰਤ ਜੀ ਜਥੇ ਦੇ ਸਿੰਘਾਂ ਸਮੇਤ ਬੈਠੇ ਹੁੰਦੇ ਹਨ, ਉੱਥੇ ਆਣ ਕੇ ਬੈਠ ਜਾਂਦੇ ਹਨ। ਅੱਜ ਦੇ ਦਿਨ ਬਾਬਾ ਠਾਕੁਰ ਸਿੰਘ ਜੀ ਦੀ ਬਚਪਨ ਵਿੱਚ ਲਈ ਗਈ ਸੰਕਲਪਨਾ ਪੂਰਨ ਹੋਣ ਵਾਲੀ ਹੈ। ਉਹਨਾਂ ਦੇ ਸਾਹਮਣੇ ਗੁਰਬਾਣੀ ਦੇ ਆਤਮ ਰਸੀਏ ਅਤੇ ਅਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਬੈਠੇ ਹਨ, ਜਿਨ੍ਹਾਂ ਦਾ ਜਾਹੋ ਜਲਾਲ ਦੇਖ ਕਈਆਂ ਦੇ ਮਨ ਠਰਦੇ, ਨਤਮਸਤਕ ਹੁੰਦੇ, ਆਪਾ ਵਾਰ-ਵਾਰ ਜਾਂਦੇ। ਲਾਲਸਾਵਾਂ ਦੀਆਂ ਭੁੱਖਾਂ ਮਰਦੀਆਂ, ਅੰਦਰ ਲੱਗੀ ਹੋਈ ਵਿਕਾਰਾਂ ਦੀ ਅੱਗ ਸ਼ਾਂਤ ਹੁੰਦੀ। ਬਾਬਾ ਠਾਕੁਰ ਸਿੰਘ ਜੀ ਉਹਨਾਂ ਦੀ ਸੰਗਤ ਵਿੱਚ ਦੇਖ ਜਾਨੀ ਫਕੀਰ ਵਾਲੀ ਸਾਖੀ ਯਾਦ ਆ ਜਾਂਦੀ ਹੈ। ਛੇਵੇਂ ਪਾਤਸ਼ਾਹ ਦੇ ਸਮੇਂ ਜਾਨੀ ਫਕੀਰ ਅਲਮਸਤ ਹੋਇਆ, ਇੱਕ ਰਸ ਜਾਨੀ ਕੋ ਜਾਨੀ ਮਿਲਾ ਦੋ, ਲਗਾਤਾਰ ਬੋਲਦਾ ਰਹਿੰਦਾ, ਜਦੋਂ ਤੱਕ ਉਸ ਨੂੰ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ। ਜਾਨੀ ਫਕੀਰ ਲਈ ਉਸ ਦਾ ਅਸਲ ਜਾਨੀ ਤਾਂ ਦੋ ਜਹਾਨ ਦੇ ਵਾਲੀ ਛੇਵੇਂ ਪਾਤਸ਼ਾਹ ਹੀ ਸਨ। ਇਸੇ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਜੋ ਬਚਪਨ ਤੋਂ ਗੁਰਬਾਣੀ ਪੜ੍ਹ ਅਤੇ ਨਾਮ ਸਿਮਰਨ ਕਰਕੇ ਨਿਤਾ ਪ੍ਰਤੀ ਵੈਰਾਗ ਕਰਦੇ, ਮਨ ਵਿੱਚ ਪੂਰਨ ਸੰਤ ਦੀ ਸੇਵਾ ਕਰਨ ਦਾ ਸੰਕਲਪ ਰੱਖਦੇ, ਅੱਜ ਉਹ ਸੰਕਲਪ ਪੂਰਾ ਹੋਣ ਵਾਲਾ ਹੈ। ਉਹਨਾਂ ਦੀਆਂ ਕੀਤੀਆਂ ਅਰਦਾਸਾਂ ਨੂੰ ਹੁਣ ਬੂਰ ਪੈਣਾ ਵਾਲਾ ਹੈ। ਉਹਨਾਂ ਦਾ ਜਾਨੀ ਸੰਤ ਗੁਰਬਚਨ ਸਿੰਘ ਜੀ ਉਹਨਾਂ ਦੇ ਸਾਹਮਣੇ ਬੈਠੇ ਹਨ। ਸੰਤ ਜੀ ਭਾਈ ਕੇਹਰ ਸਿੰਘ ਜੀ ਮਾੜੀ ਮਿੱਘਾਂ ਵਾਲਿਆਂ ਨੂੰ ਗੁਰਫਤਿਹ ਉਪਰੰਤ ਪੁੱਛਦੇ ਕਿ ਇਹ ਸਿੰਘ ਬਾਬਾ ਠਾਕੁਰ ਸਿੰਘ ਜੀ ਤੁਹਾਡੇ ਨਾਲ ਆਏ। ਭਾਈ ਕੇਹਰ ਸਿੰਘ ਜੀ ਉੱਤਰ ਵਿੱਚ ਹਾਂਜੀ ਮਹਾਂਪੁਰਸ਼ੋ, ਜਥੇ ਵਿੱਚ ਛੱਡਣ ਲਈ, ਇਸ ਤਰ੍ਹਾਂ ਆਖਦੇ। ਬਾਬਾ ਠਾਕੁਰ ਸਿੰਘ ਜੀ ਨੂੰ ਇੱਕ ਨਜ਼ਰ ਤੱਕਦਿਆਂ ਸੰਤ ਜੀ ਮੁਸਕਰਾਉਂਦੇ ਅਤੇ ਆਪਣੀ ਠਰੰਮੇ ਭਾਰੀ ਮਧੁਰ ਪਰ ਗੜਕੀ ਆਵਾਜ਼ ਨਾਲ ਬਾਬਾ ਠਾਕੁਰ ਸਿੰਘ ਜੀ ਨੂੰ ਪੁੱਛਦੇ, ਸਿੰਘ ਜੀ ਕਿਤਨਾ ਪੜ੍ਹੇ ਹੋ? ਇਸ ਦੇ ਜਵਾਬ ਵਿੱਚ ਬਾਬਾ ਜੀ ਕਹਿੰਦੇ, ਮਹਾਂਪੁਰਸ਼ੋ, ਪਿਤਾ ਜੀ ਪਾਸੋਂ ਗੁਰਮੁਖੀ ਅੱਖਰ ਸਿੱਖੇ ਹਨ ਅਤੇ ਨਿਤਨੇਮ ਕਰਦਾ ਹਾਂ, ਆਪ ਜੀ ਹੀ ਕਿਰਪਾ ਕਰੋ। ਇਹ ਸੁਣ ਸੰਤ ਜੀ ਹੋਰ ਮੁਸਕਰਾਏ, ਮਾਨੋ ਉਹ ਇਸ ਸਮੇਂ ਦੀ ਕਿਤਨੇ ਚਿਰ ਤੋਂ ਉਡੀਕ ਕਰ ਰਹੇ ਹੋਣ। ਅਗਲੇ ਹੀ ਪਲ ਸੰਤ ਜੀ ਨੇ ਭਾਈ ਕਪੂਰ ਸਿੰਘ ਸੁਧਾਰ ਵਾਲਿਆਂ ਨੂੰ ਆਪਣੇ ਕੋਲ ਬੁਲਾਇਆ। ਸੰਤ ਜੀ ਭਾਈ ਕਪੂਰ ਸਿੰਘ ਜੀ ਨੂੰ ਆਖਦੇ ਕਿ ਜਥੇਦਾਰ ਜੀ, ਇਹ ਸਿੰਘ ਬਾਬਾ ਠਾਕੁਰ ਸਿੰਘ ਬੜੇ ਚਿਰ ਬਾਅਦ ਜਥੇ ਵਿੱਚ ਆ ਕੇ ਰਲਿਆ। ਇਸ ਨੂੰ ਆਪਣੇ ਕੋਲ ਰੱਖ ਕੇ ਗੁਰਬਾਣੀ ਦੀ ਸੰਥਿਆ ਦਿਓ, ਫਿਰ ਇਸ ਨੂੰ ਅਸੀਂ ਨਾਲ ਲੈ ਚੱਲਾਂਗੇ।
ਉਹਨਾਂ ਦੇ ਇਹਨਾਂ ਅਲੌਕਿਕ ਬਚਨਾਂ ਤੋਂ ਇੰਝ ਲੱਗਦਾ ਕਿ ਸੰਤ ਜੀ ਆਪਣੇ ਅੰਤਰੀਵੀ ਨੇਤਰਾਂ ਨਾਲ ਜਿਵੇਂ ਬਾਬਾ ਠਾਕਰ ਸਿੰਘ ਜੀ ਨੂੰ ਦੇਖ ਰਹੇ ਸਨ। ਇਹ ਭੇਦ ਉਹਨਾਂ ਜ਼ਾਹਰ ਹੀ ਕਰ ਦਿੱਤਾ ਸੀ ਕਿ ਬਾਬਾ ਠਾਕਰ ਸਿੰਘ ਜੀ ਦਾ ਸੰਤ ਜੀ ਨਾਲ ਅਤੇ ਦਮਦਮੀ ਟਕਸਾਲ ਨਾਲ ਪੁਰਾਣਾ ਸੰਬੰਧ ਹੈ। ਜਦੋਂ ਉਹਨਾਂ ਇਹ ਬਚਨ ਕੀਤਾ, ਇਹ ਸਿੰਘ ਬੜੇ ਚਿਰ ਬਾਅਦ ਜਥੇ ਵਿੱਚ ਆ ਕੇ ਰਲਿਆ। ਭਾਈ ਕਪੂਰ ਸਿੰਘ ਜੀ ਸੁਧਾਰ ਵਾਲੇ ਉਹਨਾਂ ਸਮਿਆਂ ਵਿੱਚ ਗੁਰਬਾਣੀ ਪਾਠ ਦੀ ਸੰਥਿਆ ਦਿੰਦੇ ਹੁੰਦੇ ਸਨ। ਜਦੋਂ ਕਿਸੇ ਨਵੇਂ ਸਿੰਘ ਦੀ ਸੰਥਿਆ ਪੂਰੀ ਹੋ ਜਾਣੀ ਅਤੇ ਉਹ ਰਹਿਣੀ ਬਹਿਣੀ ਦਾ ਪੂਰਨ ਧਾਰਕ ਹੋ ਜਾਣਾ, ਤਾਂ ਸੰਤ ਜੀ ਉਸ ਨੂੰ ਆਪਣੇ ਨਾਲ ਜਥੇ ਵਿੱਚ ਸ਼ਾਮਲ ਕਰ ਲੈਂਦੇ ਸਨ। ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋਣਾ ਬਹੁਤ ਹੀ ਘੱਟ ਸਿੰਘਾਂ ਦੇ ਲੇਖੇ ਆਉਂਦਾ ਸੀ। ਸੰਤ ਜੀ ਦੇ ਨਾਲ ਜਥੇ ਵਿੱਚ ਰਹਿਣ ਵਾਲੇ ਸਿੰਘ ਲਈ ਰੋਜ਼ਾਨਾ 5 ਗ੍ਰੰਥੀ ਦਾ ਨਿਤਨੇਮ, ਨਿਰੰਤਰ ਪਾਠ ਸਿਮਰਨ, 2 ਵਾਰ ਕਥਾ ਕੀਰਤਨ ਵਿੱਚ ਹਾਜ਼ਰੀ ਅਤੇ ਰਹਿਤ ਮਰਿਆਦਾ ਵਿੱਚ ਪਰਪੱਕ ਹੋਣਾ ਜ਼ਰੂਰੀ ਹੁੰਦਾ ਸੀ। ਜੋ ਨਿਯਮਾਂ ਦੀ ਪਾਲਣਾ ਨਾ ਕਰਦਾ ਜਾਂ ਢਿੱਲ ਮੱਠ ਕਰਦਾ ਤਾਂ ਉਸ ਦੀ ਜਥੇ ਵਿੱਚੋਂ ਛੁੱਟੀ ਕਰ ਦਿੱਤੀ ਜਾਂਦੀ ਸੀ। ਪਰ ਬਾਬਾ ਠਾਕਰ ਸਿੰਘ ਜੀ ਪਰਥਾਏ ਸੰਤ ਜੀ ਪਹਿਲੇ ਦਿਨ ਤੋਂ ਹੀ ਭਾਈ ਕਪੂਰ ਸਿੰਘ ਜੀ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਉਹ ਉਹਨਾਂ ਨੂੰ ਆਪ ਸੰਥਿਆ ਉਪਰੰਤ ਜਥੇ ਵਿੱਚ ਲੈ ਜਾਣਗੇ। ਬਾਬਾ ਠਾਕਰ ਸਿੰਘ ਜੀ ਭਾਈ ਕਪੂਰ ਸਿੰਘ ਜੀ ਦੁਆਰਾ ਲਗਭਗ 2 ਸਾਲ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਪ੍ਰਾਪਤ ਕਰ ਲੈਂਦੇ ਹਨ। ਇਸ ਸਮੇਂ ਦੌਰਾਨ ਬਾਬਾ ਜੀ ਨਾ ਸਿਰਫ ਸੰਥਿਆ ਕਰਦੇ, ਸਗੋਂ ਨਿੱਕੀ ਤੋਂ ਲੈ ਕੇ ਵੱਡੀਆਂ ਬਿਖਮ ਸਭਾਵਾਂ ਵੀ ਕਰਦੇ। ਬਾਬਾ ਜੀ ਲੰਗਰ ਵਿੱਚ ਪ੍ਰਸ਼ਾਦਾ ਬਣਾਉਣ ਤੋਂ ਲੈ ਕੇ ਵਰਤਾਉਣ, ਬਰਤਨ ਮਾਂਜਣ, ਝਾੜੂ ਮਾਰਨ ਆਦਿ ਕੋਈ ਵੀ ਸੇਵਾ ਮਿਲਦੀ ਤਾਂ ਲਾਹਾ ਲੈ ਕੇ ਰੱਜ ਕੇ ਕਰਦੇ। ਉਂਝ ਬਾਬਾ ਜੀ ਦਾ ਸਰੀਰ ਸ਼ੁਰੂ ਤੋਂ ਹੀ ਛਾਂਟਵਾਂ ਰਿਹਾ, ਪਰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਜਾਂ ਆਲਸ ਨੂੰ ਆਪਣੇ ਪਾਸ ਨਹੀਂ ਸਨ ਆਉਣ ਦਿੰਦੇ। ਬਾਬਾ ਜੀ ਇਹਨਾਂ 2 ਸਾਲਾਂ ਵਿੱਚ ਘੰਟਿਆਂ ਬੱਧੀ ਸੇਵਾ ਕਰਦੇ ਅਤੇ ਜਦੋਂ ਵੀ ਮੌਕਾ ਮਿਲਦਾ ਤਾਂ ਸਹਿਜ ਹੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਪਹੁੰਚ ਜਾਂਦੇ ਅਤੇ ਲਗਾਤਾਰ ਇੱਕ ਰਸ ਮਗਨ ਹੋ ਚੌਰ ਸਾਹਿਬ ਦੀ ਸੇਵਾ ਕਰਦੇ ਰਹਿੰਦੇ। ਬਾਬਾ ਜੀ ਦਾ ਅੰਦਰਲਾ ਵੈਰਾਗ ਹਾਲੇ ਥੰਮਿਆ ਤਾਂ ਨਹੀਂ ਸੀ, ਪਰ ਉਹਨਾਂ ਨੂੰ ਸੰਤ ਜੀ ਰੂਪੀ ਇੱਕ ਸੇਧ ਮਿਲ ਗਈ ਸੀ। ਪਰ ਇਹ ਸੁਭਾਵਿਕ ਹੀ ਸੀ ਕਿ ਇਹਨਾਂ 2 ਸਾਲਾਂ ਵਿੱਚ ਉਹਨਾਂ ਦਾ ਮਨ ਜਲਦੀ ਤੋਂ ਜਲਦੀ ਸੰਤ ਜੀ ਦੇ ਨਾਲ ਜਥੇ ਵਿੱਚ ਸ਼ਾਮਲ ਹੋਣ ਦਾ ਕਰਦਾ ਰਹਿੰਦਾ ਸੀ। ਇਹ ਘੜੀ ਵੀ ਜਲਦੀ ਹੀ ਆ ਗਈ ਅਤੇ ਆਪ ਜੀ ਨੂੰ ਸੰਤ ਜੀ ਨੇ ਗੁਰਬਾਣੀ ਦੀ ਸੰਪੂਰਨ ਸੰਥਿਆ ਉਪਰੰਤ ਆਪਣੇ ਨਾਲ ਜਥੇ ਵਿੱਚ ਰਲਾ ਲਿਆ। ਇਹਨਾਂ ਹੀ ਸਮੇਂ ਵਿੱਚ ਬਾਬਾ ਜੀ ਦਾ ਪਰਿਵਾਰ ਈਚੋ ਗਿੱਲ ਨੂੰ ਛੱਡ ਪਿੰਡ ਸੱਧਰਵਾਲਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਣ ਕੇ ਰਹਿਣ ਲੱਗ ਜਾਂਦਾ ਹੈ। 1947 ਈਸਵੀ ਦੀ ਭਾਰਤ ਪਾਕਿਸਤਾਨ ਬਣਨ ਦੇ ਨਾਂ 'ਤੇ ਹੋਈ ਵੰਡ ਕਾਰਨ ਖਾਸ ਕਰ ਪੰਜਾਬ ਦੇ ਵਾਸੀਆਂ ਨੂੰ ਸੌੜੀ ਰਾਜਨੀਤੀ ਦਾ ਸ਼ਿਕਾਰ ਹੋਣਾ ਪੈਂਦਾ। ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਿਆ ਜਾਂਦਾ ਹੈ ਅਤੇ ਬਾਕੀ ਭਾਰਤ ਵਿੱਚ ਰਹਿ ਜਾਂਦਾ ਹੈ। ਈਚੋ ਗਿੱਲ ਪਿੰਡ ਹੁਣ ਪਾਕਿਸਤਾਨ ਦਾ ਹਿੱਸਾ ਬਣ ਜਾਂਦਾ ਹੈ। ਪ੍ਰਸੰਗ ਨੰਬਰ 2, ਘਰ ਵਾਪਸ ਮੁੜਨ ਦਾ ਫੁਰਨਾ। ਸੰਤ ਜੀ ਦੇ ਨਾਲ ਜਥੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਾਬਾ ਜੀ ਵੀ ਜਥੇ ਦੇ ਨਾਲ ਹੀ ਯਾਤਰਾ ਕਰਦੇ ਅਤੇ ਜਥੇ ਦੇ ਨਿਯਮਾਂ, ਰਹਿਤ ਮਰਿਆਦਾ ਦਾ ਪਾਲਣ ਕਰਦੇ। ਬਾਬਾ ਜੀ ਰੋਜ਼ਾਨਾ 5 ਗ੍ਰੰਥੀ ਦਾ ਪਾਠ ਕਰਦੇ। ਇਹ ਨਿਯਮ ਬਾਬਾ ਜੀ ਨੇ ਫਿਰ ਸਾਰੀ ਉਮਰ ਨਿਭਾਇਆ। ਬਾਬਾ ਜੀ ਬਚਪਨ ਤੋਂ ਹੀ ਕੰਮਕਾਰ ਕਰਦਿਆਂ, ਉੱਠਦਿਆਂ ਬੈਠਦਿਆਂ ਨਾਮ ਬਾਣੀ ਦਾ ਜਾਪ ਕਰਦੇ ਰਹਿੰਦੇ ਅਤੇ ਵੈਰਾਗਮਈ ਅਵਸਥਾ ਵਿੱਚ ਚਲੇ ਜਾਂਦੇ ਸਨ। ਪਰ ਜਦੋਂ ਉਹ ਸੰਤ ਜੀ ਦੀ ਅਵਸਥਾ ਨੂੰ ਦੇਖਦੇ ਤਾਂ ਮਨ ਵਿੱਚ ਗੁਰਬਾਣੀ ਨਾਲ ਜੁੜਨ ਦਾ ਹੋਰ ਉਤਸ਼ਾਹ ਪੈਦਾ ਹੋ ਜਾਂਦਾ। ਉਹ ਦੇਖਦੇ ਨੇ ਕਿ ਸੰਤ ਜੀ ਦਾ ਰਾਤ ਨੂੰ ਸੁੱਤਿਆਂ ਵੀ ਕਿਤਨੇ ਹੀ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਚਾਰਦੇ ਰਹਿੰਦੇ। ਜਥੇ ਦੇ ਸਿੰਘ ਤਾਂ ਪਹਿਲਾਂ ਹੀ ਸੰਤ ਜੀ ਦੀ ਇਸ ਅਵਸਥਾ ਨੂੰ ਦੇਖ ਕੇ ਹੈਰਾਨ ਹੁੰਦੇ ਸਨ। ਹੁਣ ਉਹ ਰਾਤ ਨੂੰ ਜਦੋਂ ਵੀ ਸੰਤ ਜੀ ਵਿਸ਼ਰਾਮ ਕਰਨ ਜਾਂਦੇ ਤਾਂ ਉੱਚੀ ਥਾਂ ਬੈਠ ਪੋਥੀ ਪ੍ਰਕਾਸ਼ ਕਰਕੇ ਉਹਨਾਂ ਦੀ ਗੂੜ੍ਹੀ ਨੀਂਦਰ ਅਵਸਥਾ ਵਿੱਚ ਕੀਤਾ ਪਾਠ ਸੁਣਦੇ ਅਤੇ ਕਦੇ-ਕਦੇ ਲਾਲਚ ਵਸ ਆਪਣੀ ਸੰਥਿਆ ਨੂੰ ਹੋਰ ਪੱਕਿਆਂ ਕਰਦੇ। ਬਾਬਾ ਠਾਕਰ ਸਿੰਘ ਜੀ ਨੂੰ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਧਾਰਮਿਕ ਇਤਿਹਾਸਕ ਗ੍ਰੰਥਾਂ ਦੀ ਵਿੱਦਿਆ ਦਿੰਦੇ ਹਨ। ਰੋਸ਼ਨ ਦਿਮਾਗ ਹੋਣ ਕਾਰਨ ਬਾਬਾ ਠਾਕਰ ਸਿੰਘ ਜੀ ਬੜੀ ਜਲਦੀ ਹੀ ਸਭ ਕੁਝ ਸਿੱਖ ਜਾਂਦੇ, ਪਰ ਨਾਲ ਹੀ ਚਿੱਤ ਬਿਰਤੀ ਕਰਕੇ ਨਿਰਮਲ ਹੋਣ ਕਾਰਨ ਕਿਣਕਾ ਮਾਤਰ ਵੀ ਕਿਸੇ ਪ੍ਰਕਾਰ ਦਾ ਮਾਣ ਨਾ ਕਰਦੇ। ਬਹੁਤ ਥੋੜ੍ਹੇ ਸਮੇਂ ਵਿੱਚ ਹੀ ਬਾਬਾ ਜੀ ਦਾ ਸਾਰਾ ਜਥਾ ਆਦਰ ਸਤਿਕਾਰ ਕਰਨ ਲੱਗ ਜਾਂਦਾ ਹੈ। ਸੰਤ ਜੀ ਅਤੇ ਹੋਰਨਾਂ ਪੁਰਾਣੇ ਸਿੰਘਾਂ ਦੇ ਬਾਬਾ ਜੀ ਚਹੇਤੇ ਬਣ ਜਾਂਦੇ ਹਨ। ਪਰ ਬਾਬਾ ਜੀ ਤੋਂ ਵੀ ਕਿਤਨੇ ਸਾਲ ਪਹਿਲਾਂ ਆਏ ਹੋਏ ਕੁਝ ਸਿੰਘ ਇਹ ਦੇਖ ਮਨ ਵਿੱਚ ਦਵੈਖ ਕਰਦੇ। ਬਾਬਾ ਜੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ। ਇਸ ਕਾਰਨ ਕਦੇ-ਕਦੇ ਉਹਨਾਂ ਦਾ ਮਨ ਵਾਪਸ ਘਰ ਜਾਣ ਨੂੰ ਕਰਦਾ। ਇੱਕ ਦਿਨ ਐਸਾ ਸੱਚਮੁੱਚ ਵਾਪਰ ਹੀ ਜਾਂਦਾ ਹੈ। ਬਾਬਾ ਜੀ ਜਥੇ ਦੇ ਨਾਲ ਤੁਗਲ ਨਾਂ ਦੇ ਪਿੰਡ ਪਹੁੰਚੇ ਹੁੰਦੇ ਹਨ।
ਬਾਬਾ ਜੀ ਇੱਥੇ ਇੱਕ ਕਿੱਕਰ ਦੀ ਛਾਂ ਹੇਠ ਆਰਾਮ ਕਰ ਰਹੇ ਹੁੰਦੇ ਹਨ ਕਿ ਉਹਨਾਂ ਦੇ ਮਨ ਵਿੱਚ ਫੁਰਨਾ ਆਉਂਦਾ ਹੈ ਕਿ ਜੋ ਸਿੱਖਣ ਆਏ ਸਾਂ ਉਹ ਤਾਂ ਸਿੱਖ ਲਿਆ, ਹੁਣ ਘਰ ਜਾ ਕੇ ਮਾਤਾ ਪਿਤਾ ਦੀ ਸੇਵਾ ਕੀਤੀ ਜਾਵੇ। ਬਾਬਾ ਠਾਕਰ ਸਿੰਘ ਜੀ ਦਾ ਹਿਰਦਾ ਕੋਮਲ ਅਤੇ ਸੋਹਲ ਸੀ ਕਿ ਉਹ ਜਥੇ ਦੇ ਕੁਝ ਸਿੰਘਾਂ ਵਿੱਚ ਉਹਨਾਂ ਪ੍ਰਤੀ ਵੱਧ ਰਹੀ ਦਬੈਕ ਨੂੰ ਤੂਲ ਨਹੀਂ ਸੀ ਦੇਣਾ ਚਾਹੁੰਦੇ ਅਤੇ ਇਸ ਤੋਂ ਉੱਤਮ ਸਵੈ ਨੂੰ ਹੀ ਜਥੇ ਤੋਂ ਅਲੱਗ ਕਰ ਫਿਰ ਤੋਂ ਘਰ ਵਾਪਸ ਜਾਣਾ ਹੀ ਉਚਿਤ ਸਮਝ ਲੈਂਦੇ ਹਨ। ਬਾਬਾ ਜੀ ਦਾ ਇਹ ਸੁਭਾਅ ਉਹਨਾਂ ਦੇ ਅੰਤਲੇ ਸਵਾਸਾਂ ਤੱਕ ਰਿਹਾ। ਉਹ ਕਿਸੇ ਨੂੰ ਕਸ਼ਟ ਦੇਣ ਜਾਂ ਕਿਸੇ ਦੇ ਮਨ ਵਿੱਚ ਉਹਨਾਂ ਪ੍ਰਤੀ ਦਵੈਕ ਪੈਦਾ ਹੋਈ ਹੋਵੇ, ਉਸ ਨੂੰ ਖਤਮ ਕਰਨ ਲਈ ਖੁਦ ਨੂੰ ਨਿਵਾਣ ਵਿੱਚ ਲੈ ਆਉਂਦੇ ਸਨ। ਉਹ ਇਤਨੀ ਨਿਮਰਤਾ ਵਿੱਚ ਆ ਜਾਂਦੇ ਕਿ ਆਪ ਹੀ ਬਿਨਾਂ ਕੁਝ ਕੀਤਿਆਂ ਖਿਮਾ ਦੀ ਜਾਚਨਾ ਲਈ ਅਗਲੇ ਵਿਅਕਤੀ ਨੂੰ ਬੇਨਤੀਆਂ ਕਰਨ ਲੱਗ ਜਾਂਦੇ। ਮਾਣ ਜਾਂ ਆਪਣੇ ਸਵੈਤਵ ਦਾ ਕਿਣਕਾ ਮਾਤਰ ਵੀ ਬਾਬਾ ਠਾਕਰ ਸਿੰਘ ਜੀ ਕਦੇ ਪ੍ਰਗਟ ਨਾ ਹੋਣ ਦਿੰਦੇ, ਸਗੋਂ ਆਪਣੇ ਤੋਂ ਛੋਟਿਆਂ ਨੂੰ ਵੀ ਸਨਮਾਨ ਦੇ ਕੇ ਬੁਲਾਉਂਦੇ। ਸੋ ਇਸ ਲਈ ਬਾਬਾ ਜੀ ਫੈਸਲਾ ਕਰਦੇ ਹਨ ਕਿ ਜਥੇ ਦੇ ਸਿੰਘਾਂ ਨੂੰ ਚਿੰਤਾ ਮੁਕਤ ਕਰ ਆਪਣੇ ਘਰ ਵੱਲ ਨੂੰ ਚਾਲੇ ਪਾਏ ਜਾਣ। ਇਸ ਦੇ ਨਾਲ ਹੀ ਮਾਤਾ ਪਿਤਾ ਜੀ ਦੀ ਸੇਵਾ ਦਾ ਸੰਕਲਪ ਉਹਨਾਂ ਨੂੰ ਇਸ ਫੈਸਲੇ 'ਤੇ ਪ੍ਰੇਰਦਾ। ਪਰ ਥੋੜ੍ਹੀ ਕੁ ਦੇਰ ਬਾਅਦ ਕੁਝ ਅਜੀਬ ਵਾਪਰਦਾ। ਬਾਬਾ ਜੀ ਦੇ ਸਾਹਮਣੇ ਯਕਦਮ ਬਹੁਤੀ ਤੇਜ਼ੀ ਨਾਲ ਚਾਨਣ ਦਾ ਫੁਹਾਰਾ ਜਿਹਾ ਫੁੱਟਦਾ, ਚੌਂ ਪਾਸੇ ਚੁੱਪ ਜਿਹੀ ਫੈਲਦੀ, ਇੰਝ ਲੱਗਦਾ ਜਿਵੇਂ ਸਮੇਂ ਦਾ ਚੱਲਦਾ ਵਹਾਅ ਕੁਝ ਦੇਰ ਲਈ ਰੁਕ ਗਿਆ ਹੋਵੇ। ਉਸੇ ਸਮੇਂ ਇੱਕ ਸ਼ਹੀਦ ਸਿੰਘ ਜੀ ਬਾਬਾ ਜੀ ਦੇ ਸਾਹਮਣੇ ਆ ਪ੍ਰਗਟ ਹੁੰਦੇ। ਸ਼ਹੀਦ ਸਿੰਘ ਬਾਬਾ ਜੀ ਨੂੰ ਉਹਨਾਂ ਦਾ ਨਾਮ ਲੈ ਕੇ ਬੁਲਾਉਂਦੇ ਅਤੇ ਕਹਿੰਦੇ ਕਿ ਭਾਈ ਠਾਕਰ ਸਿੰਘ ਜੀ, ਤੁਸੀਂ ਵੈਰਾਗੀ ਹੋ ਕੇ ਘਰ ਨੂੰ ਨਹੀਂ ਜਾ ਸਕਦੇ। ਤੁਸੀਂ ਤਾਂ ਆਏ ਹੀ ਇਹਨਾਂ ਮਹਾਂਪੁਰਸ਼ਾਂ ਦੀ ਸੇਵਾ ਵਾਸਤੇ ਸੀ। ਤੁਸੀਂ ਤਾਂ ਮਹਾਂਪੁਰਸ਼ਾਂ ਦੀ ਗੜਵਈ ਵਜੋਂ ਸੇਵਾ ਵਿੱਚ ਲੱਗਣਾ, ਇਸ ਕਰਕੇ ਬਹੁਤੇ ਚਿੰਤਾਤਰ ਨਾ ਹੋਵੋ। ਬਸ ਫੇਰ ਕੀ ਸੀ, ਬਾਬਾ ਠਾਕਰ ਸਿੰਘ ਜੀ ਨੇ ਸ਼ਹੀਦ ਸਿੰਘ ਜੀ ਦੇ ਵਚਨਾਂ ਨੂੰ ਇਲਾਹੀ ਹੁਕਮ ਮੰਨਦਿਆਂ ਵਾਪਸ ਫਿਰ ਜਿੱਥੇ ਜਥਾ ਸੀ ਉਸ ਪਾਸੇ ਨੂੰ ਚੱਲ ਪਏ। ਪ੍ਰਸੰਗ ਨੰਬਰ 3। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਗੜਵਈ ਦੀ ਸੇਵਾ ਮਿਲਣੀ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਬਾਬਾ ਠਾਕਰ ਸਿੰਘ ਜੀ ਸ਼ਹੀਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਥੇ ਵਿੱਚ ਆ ਸੇਵਾ ਸਿਮਰਨ ਵਿੱਚ ਜੁਟ ਜਾਂਦੇ ਹਨ। ਉਹਨਾਂ ਹੀ ਦਿਨਾਂ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਗੜਵਈ ਸੇਵਕ ਭਾਈ ਕਰਮ ਸਿੰਘ ਕਿਸੇ ਕਾਰਨਵਸ ਆਪਣੇ ਘਰਾਂ ਨੂੰ ਚਾਲੇ ਪਾ ਦਿੰਦਾ ਹੈ। ਇਸ ਲਈ ਸੰਤ ਜੀ ਜਥੇ ਦੇ ਸਾਰੇ ਸਿੰਘਾਂ ਨੂੰ ਇੱਕ ਜਗ੍ਹਾ ਇਕੱਠਿਆਂ ਕਰ ਗੜਵਈ ਭਾਈ ਕਰਮ ਸਿੰਘ ਜੀ ਦੇ ਘਰ ਜਾਣ ਬਾਰੇ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਭਾਈ ਕਰਮ ਸਿੰਘ ਜੀ ਦੀ ਥਾਂ ਹੁਣ ਗੜਵਈ ਬੰਦ ਦੀ ਸੇਵਾ ਆਪ ਸਿੰਘਾਂ ਵਿੱਚੋਂ ਕੌਣ ਨਿਭਾਉਣਾ ਚਾਹੁੰਦਾ ਹੈ। ਸੰਤ ਜੀ ਦੇ ਇਹ ਬਚਨ ਸੁਣਦਿਆਂ ਦੋ ਸਿੰਘ ਫੁਰਤੀ ਨਾਲ ਖੜੇ ਹੁੰਦੇ ਅਤੇ ਸੰਤਾਂ ਅੱਗੇ ਇਹ ਸੇਵਾ ਬਖਸ਼ਣ ਲਈ ਬੇਨਤੀ ਕਰਦੇ। ਅੱਗੋਂ ਸੰਤ ਜੀ ਕਹਿੰਦੇ, ਇਹ ਸੇਵਾ ਬਹੁਤ ਕਰੜੀ ਹੈ, ਤੁਸਾਂ ਤੋਂ ਨਹੀਂ ਕਰ ਹੋਣੀ। ਜਥੇ ਦੇ ਸਿੰਘਾਂ ਦੇ ਇਸ ਇਕੱਠ ਵਿੱਚ ਬਾਬਾ ਠਾਕਰ ਸਿੰਘ ਜੀ ਬੈਠੇ ਹੁੰਦੇ ਹਨ। ਮਨ ਵਿੱਚ ਤਾਂ ਬਾਬਾ ਜੀ ਦੇ ਵੀ ਇਹ ਸੇਵਾ ਲੈਣ ਦਾ ਫੁਰਨਾ ਉੱਠਦਾ, ਪਰ ਬਾਬਾ ਜੀ ਦੇ ਮੁੱਢ ਕਦੀਮੀ ਸੁਭਾਅ ਕਾਰਨ ਉਹ ਕਿਸੇ ਵੀ ਤਰ੍ਹਾਂ ਦਾ ਦਾਅਵਾ ਕਰਨ ਤੋਂ ਗੁਰੇਜ਼ ਹੀ ਕਰਦੇ ਸਨ। ਐਨ ਉਸੇ ਸਮੇਂ ਸੰਤ ਜੀ ਆਪਣੀ ਨਜ਼ਰ ਬਾਬਾ ਜੀ ਵੱਲ ਕਰਦੇ ਅਤੇ ਕਹਿੰਦੇ ਕਿ ਭਾਈ ਠਾਕਰ ਸਿੰਘ, ਤੁਸੀਂ ਇਹ ਸੇਵਾ ਕਰ ਸਕਦੇ ਹੋ। ਇਹ ਬਚਨ ਸੁਣਨ ਦੀ ਦੇਰੀ ਸੀ, ਮਾਨੋ ਬਾਬਾ ਜੀ ਦੇ ਧੁਰ ਅੰਦਰ ਖੁਸ਼ੀ ਦੀਆਂ ਲਹਿਰਾਂ ਪਹਿਰਾਂ ਛਾ ਗਈਆਂ। ਪਰ ਉਹਨਾਂ ਆਪਣਾ ਨਿਵਰ ਸੁਭਾਅ ਨਾ ਛੱਡਦੇ ਹੋਏ ਸੰਤ ਜੀ ਅੱਗੇ ਹੱਥ ਜੋੜਦਿਆਂ ਉਹਨਾਂ ਦੇ ਵਚਨਾਂ 'ਤੇ ਸੀਸ ਝੁਕਾ ਹਾਮੀ ਭਰੀ ਅਤੇ ਬੇਨਤੀ ਕੀਤੀ, ਮਹਾਂਪੁਰਸ਼ੋ, ਜਿਵੇਂ ਆਪ ਜੀ ਨੂੰ ਭਾਉਂਦਾ ਕਿਰਪਾ ਕਰਕੇ ਕਰਾ ਲੈਣਾ ਜੀ। ਪ੍ਰਸੰਗ ਨੰਬਰ 4। ਬਿਖਮ ਘਾਲਣਾ। ਬਾਬਾ ਠਾਕਰ ਸਿੰਘ ਜੀ ਪੂਰਨ ਲਗਨ ਨਾਲ ਸੰਤ ਜੀ ਦੇ ਗੜਵਈ ਦੇ ਤੌਰ 'ਤੇ ਸੇਵਾ ਵਿੱਚ ਲੱਗ ਜਾਂਦੇ ਹਨ। ਉਹਨਾਂ ਸਮਿਆਂ ਵਿੱਚ ਅੱਜ ਵਾਂਗ ਇਸ਼ਨਾਨ ਅਤੇ ਪਾਣੀ ਪੀਣ ਲਈ ਮੋਟਰਾਂ, ਟਿਊਬਵੈੱਲਾਂ ਅਤੇ ਇੱਥੋਂ ਤੱਕ ਕਿ ਨਲਕਿਆਂ ਦਾ ਵੀ ਬਹੁਤਾ ਪ੍ਰਬੰਧ ਨਹੀਂ ਸੀ ਹੁੰਦਾ। ਜ਼ਿਆਦਾਤਰ ਦਰਿਆਵਾਂ, ਨਹਿਰਾਂ ਜਾਂ ਫਿਰ ਖੂਹ ਦੇ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਸੰਤ ਗੁਰਬਚਨ ਸਿੰਘ ਜੀ ਕਿਉਂਕਿ ਜਥੇ ਸਮੇਤ ਪੂਰੇ ਭਾਰਤ ਦੇ ਸੂਬਿਆਂ ਵਿੱਚ ਪ੍ਰਚਾਰ ਕਰਨ ਜਾਂਦੇ ਸਨ, ਇਸ ਲਈ ਬਾਬਾ ਠਾਕਰ ਸਿੰਘ ਜੀ ਨੂੰ ਸਭਨਾਂ ਥਾਵਾਂ 'ਤੇ ਸੰਤ ਜੀ ਲਈ ਜਲ ਪਾਣੀ ਤੋਂ ਲੈ ਕੇ ਇਸ਼ਨਾਨ ਅਤੇ ਪ੍ਰਸ਼ਾਦਾ ਛਕਾਉਣ ਦਾ ਧਿਆਨ ਰੱਖਣਾ ਪੈਂਦਾ ਸੀ। ਸੰਤ ਜੀ ਨੂੰ ਕਿਉਂਕਿ ਖੁੱਲ੍ਹੇ ਜਲ ਨਾਲ ਇਸ਼ਨਾਨ ਕਰਨਾ ਭਾਉਂਦਾ ਸੀ, ਇਸ ਲਈ ਬਾਬਾ ਠਾਕਰ ਸਿੰਘ ਜੀ ਨੂੰ ਜਿੱਥੇ ਵੀ ਕਿਧਰੇ ਨਿਰਮਲ ਜਲ ਦਾ ਸੋਮਾ ਲੱਭਦਾ, ਗਾਗਰਾਂ ਨਾਲ ਬਹੁਤ ਸਾਰਾ ਪਾਣੀ ਢੋਂਦੇ ਅਤੇ ਸੰਤ ਜੀ ਦੇ ਅੰਮ੍ਰਿਤ ਵੇਲੇ ਉੱਠਣ ਤੋਂ ਪਹਿਲਾਂ ਭਰ ਕੇ ਰੱਖ ਲੈਂਦੇ। ਇਤਨਾ ਬਿਖਮ ਕਾਰਜ ਸੇਵਾ ਰੂਪ ਵਿੱਚ ਬਾਬਾ ਜੀ ਨਿਤਾ ਪ੍ਰਤੀ ਕਰਦੇ ਅਤੇ ਬਿਨਾਂ ਆਲਸ ਜੁਟੇ ਰਹਿੰਦੇ।
ਬਾਬਾ ਜੀ ਸੰਤ ਜੀ ਨੂੰ ਇਸ਼ਨਾਨ ਕਰਾਉਣ ਦੇ ਇਲਾਵਾ ਉਹਨਾਂ ਦੇ ਬਸਤਰ ਧੋਂਦੇ, ਪ੍ਰਸ਼ਾਦਾ ਛਕਾਉਂਦੇ ਅਤੇ ਕਿਸੇ ਵੀ ਪ੍ਰਕਾਰ ਦੀ ਸੇਵਾ ਲਈ ਤਤਪਰ ਰਹਿੰਦੇ। ਸੰਤ ਜੀ ਦੇ ਇਸ਼ਾਰੇ ਮਾਤਰ ਦੀ ਦੇਰ ਹੁੰਦੀ ਬਾਬਾ ਜੀ ਸਮਝ ਜਾਂਦੇ ਅਤੇ ਸੰਤ ਜੀ ਦੇ ਬਚਨਾਂ ਦੇ ਫੁੱਲ ਚੜ੍ਹਾ ਦਿੰਦੇ। ਜਦੋਂ ਸੰਤ ਜੀ ਵਿਸ਼ਰਾਮ ਕਰਨ ਰਾਤੀ ਬਿਰਾਜਦੇ ਤਾਂ ਬਾਬਾ ਜੀ ਉਹਨਾਂ ਦੇ ਬੂਹੇ 'ਤੇ ਹੀ ਪਹਿਰਾ ਦਿੰਦੇ, ਧਿਆਨ ਰੱਖਦੇ ਕਿ ਸੰਤ ਜੀ ਨੂੰ ਕਿਸੇ ਹੋਰ ਸਿੰਘ ਨੂੰ ਸੱਦਣਾ ਨਾ ਪਵੇ। ਸੰਤ ਗੁਰਬਚਨ ਸਿੰਘ ਜੀ ਦੀ ਸੇਵਾ ਬਹੁਤ ਹੀ ਕਠਿਨ ਅਤੇ ਕਰੜੀ ਹੁੰਦੀ ਸੀ। ਬਾਬਾ ਠਾਕਰ ਸਿੰਘ ਜੀ ਬਹੁਤ ਹੀ ਮੁਸ਼ਕਲ ਨਾਲ ਆਰਾਮ ਕਰਨ ਲਈ ਸਮਾਂ ਕੱਢ ਪਾਉਂਦੇ। ਬਾਬਾ ਜੀ ਕਈ ਦਿਨ ਸੌਣ ਤੋਂ ਬਿਨਾਂ ਰਹਿ ਜਾਂਦੇ, ਪਰ ਰੰਚਕ ਮਾਤਰ ਵੀ ਆਲਸ ਨਾ ਕਰਦੇ, ਹਮੇਸ਼ਾ ਤਤਪਰ ਰਹਿੰਦੇ। ਸੰਤ ਜੀ ਬਾਬਾ ਠਾਕਰ ਸਿੰਘ ਜੀ ਦੀ ਇਹ ਸੇਵਾ ਦੇਖ ਕੇ ਨਿਹਾਲ ਹੁੰਦੇ, ਪਰ ਨਾਲ ਉਹਨਾਂ ਦੀ ਪ੍ਰੀਖਿਆ ਲੈਣੀਆਂ ਸ਼ੁਰੂ ਕਰ ਦਿੰਦੇ। ਇੱਕ ਦਿਨ ਬਾਬਾ ਜੀ ਨੂੰ ਉਹਨਾਂ ਦੇ ਪਿੰਡੋਂ ਆਈ ਚਿੱਠੀ ਰਾਹੀਂ ਪਤਾ ਲੱਗਦਾ ਕਿ ਉਹਨਾਂ ਦੇ ਪਿਤਾ ਜੀ ਦੀ ਸਿਹਤ ਕਾਫੀ ਢਿੱਲੀ ਹੈ। ਬਾਬਾ ਜੀ ਸੰਤ ਜੀ ਅੱਗੇ ਬੇਨਤੀ ਕਰਦੇ ਕਿ ਹੁਣ ਭਾਈ ਕਰਮ ਸਿੰਘ ਜੀ ਵੀ ਆ ਗਏ ਹਨ ਅਤੇ ਹੁਣ ਉਹਨਾਂ ਨੂੰ ਘਰੇ ਜਾ ਕੇ ਮਾਤਾ ਪਿਤਾ ਦੀ ਸੇਵਾ ਕਰਨ ਦੀ ਆਗਿਆ ਦਿੱਤੀ ਜਾਵੇ। ਸੰਤ ਜੀ ਬਾਬਾ ਜੀ ਨੂੰ ਘਰ ਜਾਣ ਤੋਂ ਵਰਜਦੇ ਅਤੇ ਜਥੇ ਵਿੱਚ ਰਹਿ ਕੇ ਸੇਵਾ ਸਿਮਰਨ ਕਰ ਭਾਣਾ ਮੰਨਣ ਲਈ ਪ੍ਰੇਰਦੇ। ਕੁਝ ਦਿਨਾਂ ਬਾਅਦ ਬਾਬਾ ਜੀ ਦੀ ਮਾਤਾ ਪ੍ਰੇਮ ਕੌਰ ਅਤੇ ਫਿਰ ਪਿਤਾ ਬਹਾਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲਦੀ। ਸੰਤ ਜੀ ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰ ਭੋਗ ਪਾਉਣ ਦਾ ਵਚਨ ਕਰਦੇ। ਬਾਬਾ ਜੀ ਇਸ ਤਰ੍ਹਾਂ ਹੀ ਕਰਦੇ। ਅਕਸਰ ਹੀ ਜਦੋਂ ਬਾਬਾ ਜੀ ਸੰਤ ਜੀ ਦੀ ਸੇਵਾ ਕਰਦੇ ਤਾਂ ਸੰਤ ਜੀ ਉਹਨਾਂ ਨੂੰ ਸੇਵਾ ਕਰਦਿਆਂ ਝਿੜਕ ਦਿੰਦੇ। ਵੀਰ ਰਸ ਵਿੱਚ ਆ ਉਹਨਾਂ ਨੂੰ ਕਰੜੇ ਬਚਨ ਬੋਲ ਦਿੰਦੇ, ਪਰ ਬਾਬਾ ਜੀ ਅੱਗੋਂ ਮਾਫੀ ਮੰਗਦਿਆਂ ਆਪਣਾ ਸੇਵਾ ਧਰਮ ਨਾ ਛੱਡਦੇ। ਇੱਕ ਵਾਰ ਕੀ ਹੁੰਦਾ ਹੈ ਕਿ ਸੰਤ ਜੀ ਬਹੁਤ ਹੀ ਵੀਰ ਰਸ ਵਿੱਚ ਆ ਕੇ ਬਾਬਾ ਠਾਕਰ ਸਿੰਘ ਜੀ ਨੂੰ ਜਥੇ ਵਿੱਚੋਂ ਚਲੇ ਜਾਣ ਲਈ ਕਹਿੰਦੇ ਹਨ। ਸੰਤ ਜੀ ਬੜੇ ਹੀ ਸਖਤ ਲਫ਼ਜ਼ਾਂ ਵਿੱਚ ਕਹਿੰਦੇ ਹਨ ਕਿ ਜਾ ਚਲਿਆ ਜਾ ਆਪਣੇ ਘਰ ਨੂੰ, ਸਾਡੇ ਕੋਲ ਤੂੰ ਨਹੀਂ ਰਹਿਣ ਜੋਗਾ। ਸੰਤ ਜੀ ਦੇ ਬੋਲੇ ਬੋਲ ਅਮੋੜ ਹੁੰਦੇ ਸਨ ਅਤੇ ਇਹ ਬੋਲ ਤਾਂ ਉਹਨਾਂ ਬਹੁਤ ਹੀ ਵੀਰ ਰਸ ਵਿੱਚ ਆਣ ਕੇ ਕਹੇ ਸਨ। ਉਹਨਾਂ ਦੇ ਇਹ ਵਚਨ ਸੁਣ ਬਾਬਾ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ। ਇੰਜ ਲੱਗਦਾ ਜਿਵੇਂ ਬਾਬਾ ਜੀ ਦਾ ਹਿਰਦਾ ਸੰਤ ਜੀ ਦੇ ਇਸ ਵਾਕ ਨੂੰ ਸੁਣ ਬੁਰੀ ਤਰ੍ਹਾਂ ਵਿੰਨ੍ਹਿਆ ਗਿਆ ਹੋਵੇ। ਬਾਬਾ ਜੀ ਅਤ ਵੈਰਾਗ ਵਿੱਚ ਆ ਜਾਂਦੇ, ਜੋ ਉਹਨਾਂ ਦੇ ਬੋਲਾਂ ਅਤੇ ਹੰਝੂਆਂ ਵਿੱਚੋਂ ਸਾਫ਼ ਝਲਕਦਾ। ਬਾਬਾ ਜੀ ਸਿੱਧਾ ਸੰਤ ਜੀ ਦੇ ਚਰਨਾਂ 'ਤੇ ਡਿੱਗ ਜਾਂਦੇ ਅਤੇ ਹੱਥ ਜੋੜ ਬੇਨਤੀ ਕਰਦੇ ਕਿ ਸੰਤ ਜੀ ਮਾਤਾ ਪਿਤਾ ਤਿਆਗ ਕੇ ਤਾਂ ਆਪ ਜੀ ਪਾਸ ਆਇਆ ਹਾਂ, ਤੁਹਾਡੇ ਬਿਨਾਂ ਮੇਰਾ ਕੋਈ ਸੰਸਾਰ ਨਹੀਂ। ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਵਿੱਚ ਆਇਓ। ਸੰਤ ਜੀ ਇਹ ਬਚਨ ਸੁਣ ਬਾਬਾ ਜੀ ਨੂੰ ਜਥੇ ਵਿੱਚ ਰੱਖਣ ਲਈ ਮੰਨ ਜਾਂਦੇ। ਇੰਜ ਸੰਤ ਜੀ ਦੁਆਰਾ ਪਾਈਆਂ ਗਈਆਂ ਹਰੇਕ ਪ੍ਰੀਖਿਆਵਾਂ 'ਤੇ ਬਾਬਾ ਜੀ ਖਰੇ ਉਤਰਦੇ। ਸੰਤ ਜੀ ਨਾ ਜਾਣੀ ਜਾਣ ਸਨ। ਉਹ ਜਾਣਦੇ ਸਨ ਕਿ ਬਾਬਾ ਠਾਕਰ ਸਿੰਘ ਜੀ ਨੇ ਅੱਗੇ ਜਾ ਕੇ ਦਮਦੀ ਟਕਸਾਲ ਅਤੇ ਸਿੱਖ ਪੰਥ ਦੀ ਬਹੁਤ ਭਾਰੀ ਸੇਵਾ ਕਰਨੀ ਹੈ। ਇਸ ਲਈ ਉਹਨਾਂ ਦੀ ਸੇਵਾ ਭਾਵਨਾ ਦੀ ਪ੍ਰੀਖਿਆ ਲੈ ਉਹਨਾਂ ਨੂੰ ਹੋਰ ਮਜ਼ਬੂਤ ਕਰ ਰਹੇ ਸਨ। 1947 ਈਸਵੀ ਤੋਂ ਮਿਲੀ ਸੰਤ ਜੀ ਦੇ ਗੜਵਈ ਦੀ ਸੇਵਾ ਕਰਦਿਆਂ ਇੰਜ 10 ਕੁ ਸਾਲ ਲੰਘਦੇ ਹਨ ਕਿ ਪਟਵਾਰੀ ਦੀ ਨੌਕਰੀ ਛੱਡ ਭਾਈ ਕਰਤਾਰ ਸਿੰਘ ਜੀ ਭੂਰਾ ਕੋਹਨਾ ਵਾਲੇ ਜਥੇ ਵਿੱਚ ਸ਼ਾਮਲ ਹੋ ਜਾਂਦੇ ਹਨ। ਭਾਈ ਕਰਤਾਰ ਸਿੰਘ ਜੀ ਨੇ ਹੀ ਅੱਗੇ ਜਾ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਬਾਅਦ ਦਮਦੀ ਟਕਸਾਲ ਦੀ ਵਾਗਡੋਰ 13ਵੇਂ ਮੁਖੀ ਵਜੋਂ ਸਾਂਭਣੀ ਹੈ। ਬਾਬਾ ਠਾਕਰ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਗੜਵਈ ਦੇ ਰੂਪ ਵਿੱਚ ਸੇਵਾ ਕੁੱਲ 22 ਸਾਲ ਨਿਭਾਉਂਦੇ ਹਨ। ਪ੍ਰਸੰਗ ਨੰਬਰ 5, ਸੱਚਖੰਡ ਜਾਣ ਦਾ ਮੌਕਾ। ਇੱਕ ਦਿਨ ਅਜਿਹਾ ਆਉਂਦਾ ਹੈ ਕਿ ਸੰਤ ਜੀ ਬਾਬਾ ਠਾਕਰ ਸਿੰਘ ਜੀ ਨੂੰ ਉਹਨਾਂ ਦੇ ਪੂਰਬਲੇ ਜਨਮ ਦਾ ਅਸਲ ਭੇਦ ਦੱਸ ਦਿੰਦੇ ਹਨ ਅਤੇ ਉਹਨਾਂ ਨੂੰ ਆਪਣੇ ਨਾਲ ਹੀ ਸੱਚਖੰਡ ਜਾਣ ਲਈ ਕਹਿੰਦੇ ਹਨ। ਇਹ ਸਾਰੀ ਘਟਨਾ ਇੰਜ ਵਾਪਰਦੀ ਹੈ ਜਦੋਂ ਹਰ ਰੋਜ਼ ਦੀ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਸੰਤ ਜੀ ਨੂੰ ਇਸ਼ਨਾਨ ਕਰਾਉਣ ਉਪਰੰਤ ਉਹਨਾਂ ਦੇ ਬਸਤਰ ਦੇ ਰਹੇ ਹੁੰਦੇ ਹਨ ਤਾਂ ਬਾਬਾ ਜੀ ਆਪਣਾ ਇੱਕ ਫੁਰਨਾ ਉਹਨਾਂ ਨਾਲ ਸਾਂਝਾ ਕਰਦੇ ਨੇ। ਬਾਬਾ ਜੀ ਸੰਤ ਜੀ ਤੋਂ ਪੁੱਛਦੇ ਹਨ ਕਿ ਹੁਣ ਉਹਨਾਂ ਦਾ ਅਗਲਾ ਜਨਮ ਕਿੱਥੇ ਹੋਵੇਗਾ। ਸੰਤ ਜੀ ਇਹ ਸਵਾਲ ਸੁਣ ਮੁਸਕਰਾਉਂਦੇ ਅਤੇ ਬਾਬਾ ਜੀ ਵੱਲ ਤੱਕਦਿਆਂ ਕਹਿੰਦੇ ਕਿ ਭਾਈ ਠਾਕੁਰ ਸਿੰਘ, ਤੁਹਾਡਾ ਤਾਂ ਪਹਿਲਾਂ ਤੋਂ ਹੀ ਕੋਈ ਜਨਮ ਮਰਨ ਦਾ ਚੱਕਰ ਨਹੀਂ ਸੀ। ਉਹ ਤਾਂ ਤੁਹਾਡੇ ਮਨ ਵਿੱਚ ਪਿਛਲੇ ਜਨਮ ਵਿੱਚ ਸੇਵਾ ਕਰਨ ਦਾ ਸੰਕਲਪ ਰਹਿ ਗਿਆ ਸੀ, ਸੋ ਇਸ ਲਈ ਤੁਸੀਂ ਜਨਮ ਲਿਆ, ਪਰ ਉਂਝ ਤੁਹਾਡਾ ਕੋਈ ਜਨਮ ਮਰਨ ਨਹੀਂ। ਸੰਤ ਜੀ ਅੱਗੇ ਕਹਿੰਦੇ ਕਿ ਸਾਡਾ ਚਿੱਤ ਕਰਦਾ ਕਿ ਜਦੋਂ ਸਰੀਰ ਛੱਡ ਕੇ ਸੱਚਖੰਡ ਨੂੰ ਜਾਣਾ ਤਾਂ ਤੁਹਾਨੂੰ ਨਾਲ ਲੈ ਚੱਲੀਏ। ਬਾਬਾ ਜੀ ਹਾਲੇ ਕੁਝ ਬੋਲਣ ਤੋਂ ਪਹਿਲਾਂ ਮਨ ਵਿੱਚ ਸੋਚ ਹੀ ਰਹੇ ਹੁੰਦੇ ਹਨ
ਕਿ ਮਹਾਂਪੁਰਸ਼ੋ ਤੁਹਾਡੀ ਸੇਵਾ ਕਰਕੇ ਤਾਂ ਪ੍ਰਸੰਨਤਾ ਲੈ ਲਈ ਹੈ, ਪਰ ਤੁਹਾਡੇ ਨਾਲ ਰਹਿਣ ਵਾਲੇ ਜਥੇ ਦੇ ਸਿੰਘਾਂ ਦੀ ਸੇਵਾ ਕਰਕੇ ਪ੍ਰਸੰਨਤਾ ਲੈਣ ਦਾ ਚਿੱਤ ਕਰਦਾ। ਸੰਤ ਜੀ ਝਾਟੀ ਇਹ ਗੱਲ ਜਾਣ ਲੈਂਦੇ ਅਤੇ ਆਖਦੇ ਕਿ ਭਾਈ ਠਾਕਰ ਸਿੰਘ ਤੁਸਾਂ ਫਿਰ ਆਪਣੇ ਮਨ ਵਿੱਚ ਸੇਵਾ ਦਾ ਫੁਰਨਾ ਕਰ ਲਿਆ ਹੈ, ਸੋ ਅਸੀਂ ਹੁਣ ਚਲੇ ਜਾਣਾ ਹੈ, ਪਰ ਤੁਸੀਂ ਜਦੋਂ ਸੇਵਾ ਕਰਕੇ ਰੱਜ ਜਾਓ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਸੱਚਖੰਡ ਆ ਜਾਣਾ। ਸੰਤ ਜੀ ਦੇ ਅੰਤਲੇ ਦਿਨਾਂ ਵਿੱਚ ਉਹਨਾਂ ਦੀ ਸਿਹਤ ਕਾਫੀ ਢਿੱਲੀ ਪੈ ਜਾਂਦੀ ਹੈ। ਇਸ ਸਮੇਂ ਵੀ ਬਾਬਾ ਠਾਕਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਤਤਪਰ ਰਹਿੰਦੇ ਅਤੇ ਉਹਨਾਂ ਦੇ ਇਸ਼ਨਾਨ ਤੋਂ ਲੈ ਕੇ ਕਿਰਿਆ ਤੱਕ ਦੀ ਸੇਵਾ ਆਪਣੇ ਹੱਥੀਂ ਹੀ ਕਰਦੇ। ਸੰਨ 1969 ਈਸਵੀ 28 ਜੂਨ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਉਹ ਆਪਣੇ ਜਾਣ ਤੋਂ ਪਹਿਲਾਂ ਟਕਸਾਲ ਦਾ ਅਗਲਾ ਮੁਖੀ ਭਾਈ ਕਰਤਾਰ ਸਿੰਘ ਜੀ ਭੂਰਾ ਉਹਨਾਂ ਨੂੰ ਥਾਪ ਜਾਂਦੇ ਹਨ। ਜਾਣ ਤੋਂ ਕੁਝ ਚਿਰ ਪਹਿਲਾਂ ਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਹਦਾਇਤ ਦੇ ਕੇ ਜਾਂਦੇ ਹਨ ਕਿ ਭਾਈ ਠਾਕਰ ਸਿੰਘ ਦਾ ਪੂਰਾ ਸਤਿਕਾਰ ਕਰਨਾ ਅਤੇ ਇਹਨਾਂ ਦਾ ਕੋਈ ਵੀ ਵਚਨ ਨਾ ਮੋੜਨਾ। ਸੰਤ ਗੁਰਬਚਨ ਸਿੰਘ ਜੀ ਦੇ ਸਰੀਰ ਦਾ ਸੰਸਕਾਰ ਉਹਨਾਂ ਦੀ ਇੱਛਾ ਮੁਤਾਬਕ ਸ੍ਰੀ ਪਾਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤਾ ਜਾਂਦਾ ਹੈ। ਸੰਤ ਜੀ ਦੇ ਸੰਸਕਾਰ ਵੇਲੇ ਅਜਿਹੀ ਘਟਨਾ ਵਾਪਰਦੀ ਹੈ ਜਿਹੜੀ ਅੱਜ ਤੱਕ ਸਿੱਖ ਇਤਿਹਾਸ ਵਿੱਚ ਛੇਵੇਂ ਪਾਤਸ਼ਾਹ ਜੀ ਦੀ ਪਵਿੱਤਰ ਦੇਹੀ ਦੇ ਸੰਸਕਾਰ ਵੇਲੇ ਹੀ ਵਾਪਰੀ ਸੀ। ਇੱਧਰ ਜਦੋਂ ਸੰਤ ਗੁਰਬਚਨ ਸਿੰਘ ਜੀ ਦੀ ਦੇਹ ਦੇ ਅੰਤਮ ਸੰਸਕਾਰ ਕਰਨ ਲਈ ਅਗਨੀ ਲਗਾਈ ਜਾਂਦੀ ਹੈ ਤਾਂ ਉਦੋਂ ਅਚਾਨਕ ਹੀ ਪਲ ਭਰ ਵਿੱਚ ਹੀ ਭਾਈ ਗੁਰਮੁਖ ਸਿੰਘ ਉੜੀਸਾ ਭੱਜੇ ਆਉਂਦੇ ਅਤੇ ਉਹਨਾਂ ਦੀ ਚਿਖਾ ਵਿੱਚ ਛਾਲ ਮਾਰ ਕੇ ਆਪਣੇ ਪ੍ਰਾਣ ਸੰਤ ਜੀ ਨੂੰ ਸਮਰਪਿਤ ਕਰ ਦਿੰਦੇ ਹਨ। ਆਸ-ਪਾਸ ਖੜੇ ਸਿੰਘਾਂ ਦਾ ਹਾਲੇ ਇਸ ਘਟਨਾ 'ਤੇ ਯਕੀਨ ਕਰਨਾ ਔਖਾ ਹੋ ਰਿਹਾ ਹੁੰਦਾ ਹੈ ਕਿ ਸਭਨਾਂ ਦਾ ਧਿਆਨ ਬਾਬਾ ਠਾਕਰ ਸਿੰਘ ਜੀ ਵੱਲ ਜਾਂਦਾ ਹੈ। ਸਿੰਘਾਂ ਨੂੰ ਲੱਗਦਾ ਕਿ ਕਿਤੇ ਬਾਬਾ ਠਾਕੁਰ ਸਿੰਘ ਜੀ ਅਤਿ ਵੈਰਾਗ ਵਿੱਚ ਆਏ ਭਾਈ ਗੁਰਮੁਖ ਸਿੰਘ ਉੜੀਸਾ ਵਾਲਾ ਕਾਰਜ ਨਾ ਕਰ ਦੇਣ, ਪਰ ਬਾਬਾ ਜੀ ਸ਼ਾਂਤ ਚਿੱਤ ਗੁਰਬਾਣੀ ਦਾ ਪਾਠ ਕਰਦਿਆਂ ਵਾਪਰੇ ਭਾਣੇ ਨੂੰ ਸੱਤ-ਸੱਤ ਕਰਕੇ ਮੰਨ ਲੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।